ਸਾਹਿਬ ਜੀ ਗੁਰ ਦਾਤਾ ਗੁਰ ਹੀ ਮੈਂ ਘਰ ਗੁਰ ਦੀਪਕ ਤੇ ਦੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲ ਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲ ਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਲੰਬੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਬਾਵਨ ਬਾਣੀ ਪੜ੍ਹ ਸੁਣ ਕੇ ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਲੇ ਸਤ ਸੰਗੀ ਜਨੋ, ਆਓ ਸਤਿਗੁਰਾਂ ਦੀ ਅਪਾਰ ਰਹਿਮਤ ਹੋਈ ਸਾਨੂੰ ਸਾਰਿਆਂ ਨੂੰ। ਇਸ ਸਾਲ ਵੀ ਸਤਿਗੁਰਾਂ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਬਰ ਸ਼ਕਲ ਤਖਤ ਦੇ ਮਾਲਕ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਓ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਸਾਰੇ ਜਣੇ ਮਿਲ ਕੇ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੋਈ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਡਾਕਟਰ ਨਰਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਬੜੀਆਂ ਅਮੋਲਕ ਵਿਚਾਰਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੋੜਿਆ। ਆਓ ਮੈਂ ਉੱਥੋਂ ਕੋਈ ਵਿਚਾਰ ਆਰੰਭ ਕਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੱਧਾਂ ਦੇ ਕੋਲ ਗਏ ਤੇ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਜੋ ਡਾਕਟਰ ਸਾਹਿਬ ਆਪ ਜੀ ਨੂੰ ਹੁਣੇ ਦੱਸ ਰਹੇ ਸੀ। ਸ਼ਬਦ ਦੁਨੀਆ ਦੇ ਅੰਦਰ ਬਹੁਤ ਪੁਰਾਤਨ ਸਮੇਂ ਤੋਂ ਸੀ, ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੱਕ ਕਿਸੇ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਨਹੀਂ ਸੀ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਮੇਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਤੇ ਗੁਰੂ ਸਾਹਿਬ ਜੀ ਜਿੱਥੇ ਵੀ ਆਪਣੇ ਜੀਵਨ ਕਾਲ ਵਿੱਚ ਗਏ ਚਾਰ ਉਦਾਸੀਆਂ ਕੀਤੀਆਂ। ਜਿਹਨੂੰ ਵੀ ਸੱਚ ਦੇ ਮਾਰਗ ਤੇ ਤੋਰਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਚ ਦਾ ਮਾਰਗ, ਸੱਚ ਦਾ ਪੰਥ ਚਲਾਇਆ, ਕਿਉਂਕਿ ਉਹ ਜਿਹੜਾ ਸਮਾਂ ਸੀ ਉਦੋਂ ਦੁਨੀਆ ਦੇ ਅੰਦਰ ਇਸ ਤਰ੍ਹਾਂ ਦਾ ਸੀ। ਜਾਤ ਬੇਈਮਾਨੀ, ਧਰਮ ਦੇ ਠੇਕੇਦਾਰ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਰੱਬ ਭੁਲਾ ਦਿੱਤਾ ਸੀ। ਰੱਬ ਕੀ ਸੀ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਸੰਸਾਰ ਦੇ ਵਿੱਚ ਇੱਕ ਵੱਖਰੀ ਆਵਾਜ਼ ਉਠਾਈ। ਤੁਹਾਨੂੰ ਮਨੁੱਖਾਂ ਦੀਆਂ ਪਰਿਕਰਮਾ ਕਰਦਿਆਂ, ਪੱਥਰਾਂ ਦੀਆਂ ਪਰਿਕਰਮਾ ਕਰਦਿਆਂ ਬੜਾ ਸਮਾਂ ਬਤੀਤ ਹੋ ਗਿਆ।
मैं तुहानू इस जंजाल दे विचों कढ के सचमुच दा निरंकार अकाल पुरख रब दसना चाहुंदा। गुरु नानक साहब महाराज जी ने कृपा की, अथाह लोग गुरु नानक साहब महाराज जी के नाल जुड़े, पर जेड़े उस वेले के धर्म के ठेकेदार ने आ भी नाल समझी जाए, क्योंकि समा भी सीमित है, उन्होंने गुरु नानक साहब महाराज जी के दोनों पुत्रों को अपने काबू में कर लिया। कारण यह सी, पंडित के घर दे विच पैदा होया बच्चा, क्योंकि पंडित उस वेले गुरु है। भगत कबीर साहब को कहना पिया सी, कबीर बामण गुरु है जगत का, भगतन का गुरु नाए। वो गुरु सी उस वेले का। ਉਹਦੇ घर दे विच जम्मिया होया बच्चा जमदा ही गुरु हुंदा सी, उस तो बाद ਉਹਦਾ बच्चा गुरु है। उन्होंने सोचा कि गुरु नानक साहब महाराज जी कर लो प्रचार, अपने जीवन च कितना कर सकते हैं। आखिर में अगले समय में तुहाडे बच्चों ने गुरु बनना है, ते उन्होंने गुरु नानक साहब महाराज जी के बच्चों को अपनी सिक्ख्या दे के फिर अपने मार्ग में तोड़ लिया। गुरु नानक साहब महाराज जी की बहुत बड़ी कुर्बानी है साडे लई, मनुखता लई। गुरु नानक साहब महाराज जी ने अपने बच्चे भेंट चढ़ा दिते। कोई गल नहीं, संसार के अंदर मेरे पुत्रों का कोई मैनूं लामा देगा, मैं सहार लवांगा, पर जिहड़ी मनुखता तृष्णा की अग दे विच झूठ के भावना दे विच चल रही, मैनूं बाहर कढना चाहुंदा। समा आया, गुरु नानक साहब महाराज जी ने कृपा रहमत बख्शी की, शरीर करके ज्योति जोत समाउण दा समा नज़दीक समझिया, ते गुरु नानक साहब महाराज ने दुनिया के अंदर पहली बारी ऐसा होया कि गुरु नानक साहब महाराज जी ने अपने पुत्र छड्ड के बाहरों छड्ड के आए भाई लहणा जी नूं गुरता गद्दी उत्ते सुभाए मान करके, जिहड़ी गुरु नानक साहब महाराज जी ने पावन बाणी बख्श की सी, ध्यान विच रखी है। नाल नाल 974 शब्द धन गुरु नानक साहब महाराज जी ने 19 रागां दे विच पावन बाणी बख्शिश की। 19 रागां दे विच 974 शब्द गुरु नानक साहब महाराज जी ने, गुरु नानक साहब महाराज जी ने अपने जीवन काल दे विच 15 भगतां दी बाणी कत्तर की। नाम लैण दा समां नहीं, आप भली भांत जाणदे। 776 शब्द भगत बाणी दे इकत्तर करके हुण 2 पोथियां ने धन गुरु नानक साहब महाराज जी दे कोल, जेड़ियां गुरु अंगद देव महाराज जी नूं गुरता गद्दी उत्ते सुभाएमान करके वो पोथियां भेंट कर दित्तियां। उस दिन दुनिया के अंदर धुम्मां मच गईयां, धर्म के ठेकेदारां नूं भाजड़ा पै गईयां भी कमाल की गल है, आउण वाले समय ते गुरु नानक साहब के बच्चे गुरु होने चाहिए सी। गुरु नानक साहब महाराज जी कहन लगे, मैं करतारपुर अपने बच्चों को दिता है, पर करतार नहीं, करतार ते कोई बाहरों चल के आया भाई लहना सिक्खी धारण करके करतार तां कोई प्राप्त कर सकता। उन्होंने कहा कि इदा किदां हो सकता, अज तक दुनिया अंदर एवें होया नहीं। गुरु नानक साहब महाराज जी कहते ये राह वखरा है ते राह कमाल दा है। समा बतीत होंदा गया, हुण गुरु नानक साहब महाराज जी ने गुरता गद्दी दिती, गुरु अंगद देव महाराज जी बना के ते गुरु नानक साहब महाराज जी के पुत्रां नूं उन्होंने अपनी उंगलों पर चढ़ के उन्होंने वखरियां गद्दियां लवा दित्तियां। उन्होंने वखरियां गद्दियां ला के बह गए। अज भी तुसीं लगियां देखोगे दुनिया के अंदर, पर आपां उन्होंने फिर तुकी जाने जिहड़े गुरु नानक साहब महाराज गुस्सा न करियो मेरी गल दा, सच्चियां गल्लां जिहड़े गुरु नानक साहब नूं नहीं परवाह। संगत नूं पहचानण दे विच ज़्यादी औखाई ना आई, क्योंकि पता लग गया पहला गुरता गद्दी जिहड़ी सी पहले गुरु बेदी कुल विचों गुरु नानक साहब सी, ते हुण त्रिणां दे विचों गुरु अंगद देव महाराज जी गुरता गद्दी उत्ते सुभाएमान। गुरु अंगद देव महाराज जी ने कृपा की, अपने जीवन काल दे विच 63 श्लोक बख्शिश कीते, जिहड़े धन गुरु ग्रंथ साहब महाराज जी दे विच 9 वारां दे नाल सुभाएमान। गुरु अंगद देव महाराज जी ने 63 श्लोक बख्शिश कीते, गुरु ग्रंथ साहब महाराज जी दे विच 9 वारां दे नाल सुभाएमान। समा आया, गुरु अंगद देव महाराज जी ने गुरता गद्दी देनी सी, अपने पुत्रां नूं छड्ड के ते गुरता गद्दी जिहड़ी सी बाहरों चल के आए रिश्ते दे विचों कुड़म लगदे ने गुरता गद्दी बजुर्ग अवस्था विच उन्हां नूं दे दित्ती।
ਹੁਣ ਜਦੋਂ ਗੁਰਤਾ ਗੱਦੀ ਜਿਹੜੀ ਸੀ ਭੱਲਿਆਂ ਦੇ ਕੋਲ ਗਈ ਤੇ ਤ੍ਰਿਨਾਂ ਨੇ ਆਪਣੇ ਗੱਦੀਆਂ ਲਾ ਕੇ ਬਹਿ ਗਏ। ਪਰ ਪਤਾ ਲੱਗ ਗਿਆ ਕਿ ਪਹਿਲਾਂ ਗੱਦੀ ਜਿਹੜੀ ਸੀ ਤ੍ਰਿਨਾਂ ਕੋਲ ਸੀ, ਹੁਣ ਗੁਰਤਾ ਗੱਦੀ ਭੱਲਿਆਂ ਕੋਲ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਰਹਿਮਤ ਬਖਸ਼ ਕੀਤੀ। ਬਜ਼ੁਰਗ ਅਵਸਥਾ ਦੇ ਵਿੱਚ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋ ਕਰਕੇ 17 ਰਾਗਾਂ ਦੇ ਵਿੱਚ 907 ਸ਼ਬਦ ਬਖਸ਼ਿਸ਼ ਕੀਤੇ। ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਵੀ ਸਰੀਰ ਕਰਕੇ ਜੋਤੀ ਜੋਤ ਸਮਾਉਣ ਦਾ ਨਜ਼ਦੀਕ ਆ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਘਰ ਦੇ ਵਿੱਚ ਆਪਣੇ ਜਵਾਈ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਦਿੱਤੀ ਹੈ। ਹੁਣ ਵੇਖੋ ਸਮਾਂ ਗੁਰੂ ਸਾਹਿਬਾਂ ਦੇ ਸਮੇਂ ਵੀ ਇਹ ਚੱਲਦਾ ਆਇਆ। ਹੁਣ ਭੱਲੇ ਗੱਦੀਆਂ ਲਾ ਕੇ ਬਹਿ ਗਏ ਵੀ ਗੁਰਤਾ ਗੱਦੀ ਦੇ ਮਾਲਕ ਅਸੀਂ ਹੋਣਾ ਚਾਹੀਦਾ ਸੀ। ਪਰ ਸੰਗਤ ਨੇ ਕਿਹਾ ਨਹੀਂ, ਹੁਣ ਗੱਦੀ ਭੱਲਿਆਂ ਕੋਲ ਨਹੀਂ, ਹੁਣ ਗੱਦੀ ਸੋਢੀਆਂ ਦੇ ਕੋਲ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 679 ਸ਼ਬਦ 30 ਰਾਗਾਂ ਦੇ ਵਿੱਚ, ਧਿਆਨ ਦਿਓ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਜਿਹੜਾ ਭਲੀ ਭਾਂਤ ਜਾਣਦੇ ਕਿਸ ਤਰ੍ਹਾਂ ਦੇ ਸਮੇਂ ਵਿੱਚ ਵਿਚਾਰਾਂਗੇ ਆਪਾਂ। ਉਹਨਾਂ ਨੇ 19 ਰਾਗ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 11 ਰਾਗ ਆਪਣੇ ਕੋਲੋਂ ਬਖਸ਼ਿਸ਼ ਕਰਕੇ 679 ਸ਼ਬਦ ਬਖਸ਼ਿਸ਼ ਕੀਤੇ ਤੇ ਅਗਲੇ ਸਮੇਂ ਦੇ ਵਿੱਚ ਜਿਹੜੀ ਗੁਰਤਾ ਗੱਦੀ ਸੀ ਉਹ ਆਪਣੇ ਘਰ ਦੇ ਵਿੱਚ ਆਪਣੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਦੇ ਦਿੱਤੀ। ਹੁਣ ਮੁਸ਼ਕਲ ਬੜੀ ਬਣ ਗਈ ਕਿਉਂਕਿ ਪਹਿਲਾਂ ਤਾਂ ਇਦਾਂ ਹੁੰਦਾ ਸੀ ਵੀ ਗੱਦੀ ਜਿਹੜੀ ਹੁੰਦੀ ਸੀ ਉਹ ਪੁੱਲ ਬਦਲ ਜਾ ਕਰਦੀ ਸੀ। ਹੁਣ ਜਦੋਂ ਆ ਸਮਾਂ ਆਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋਏ ਤੇ ਕੀ ਹੋਇਆ, ਉਧਰ ਗੱਦੀ ਜਿਹੜੀ ਆ ਬਾਬਾ ਪ੍ਰਿਥੀ ਚੰਦ ਦੀ ਆਪਣੀ ਬੱਕਰੀ ਲਾ ਕੇ ਬਹਿ ਗਏ। ਹੁਣ ਜਦੋਂ ਪੁੱਛਿਆ ਜਾਂਦਾ ਕਿ ਗੁਰਤਾ ਗੱਦੀ ਕਿਹਦੇ ਕੋਲ ਹੈ, ਵੀ ਸੋਢੀਆਂ ਦੇ ਕੋਲ। ਸੋਢੀ ਕੌਣ? ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਦੇ ਕੋਲ। ਨੂੰ ਬਾਬਾ ਪ੍ਰਿਥੀ ਚੰਦ ਵੀ ਜਿਹੜਾ ਉਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁੱਤਰ ਹੈ। ਇੱਥੇ ਆ ਕੇ ਸੰਗਤਾਂ ਨੂੰ ਬਹੁਤ ਮੁਸ਼ਕਲ ਬਣ ਗਈ ਭਈ ਗੁਰੂ ਜਿਹੜਾ ਉਹ ਪ੍ਰਿਥੀ ਚੰਦ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਤੱਕ ਹੁਣ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪੰਜਵੇਂ ਸਵਰੂਪ ਦੇ ਵਿੱਚ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋਏ, 4 ਪੋਥੀਆਂ ਬਾਣੀ ਦੀਆਂ ਗੁਰੂ ਸਾਹਿਬਾਨਾਂ ਦੀਆਂ, ਪੰਜਵੀਂ ਪੋਥੀ ਜਿਹੜੀ ਸੀ ਉਹ ਭਗਤ ਸਾਹਿਬਾਨਾਂ ਦੀ ਪਾਵਨ ਬਾਣੀ ਦੀ। ਇਹ 5 ਪੋਥੀਆਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਸੁਭਾਏਮਾਨ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 2218 ਸ਼ਬਦ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਵਾਲੇ 30 ਦੇ 30 ਰਾਗ ਵਰਤ ਕੇ ਤੇ ਆਪਣੀ ਰਸਨਾ ਤੋਂ 2218 ਸ਼ਬਦ ਬਾਣੀ ਦੇ ਬਖਸ਼ਿਸ਼ ਕੀਤੇ। ਹੁਣ 6 ਪੋਥੀਆਂ ਹੋ ਗਈਆਂ ਉਸ ਵੇਲੇ। 7ਵੀਂ ਪੋਥੀ ਜਿਹੜੀ ਸੀ ਜਦੋਂ 1581 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਜੋਤੀ ਜੋਤ ਸਮਾਉਂਦੇ ਨੇ, ਉਸ ਵੇਲੇ ਭੱਟ ਸਾਹਿਬਾਨ ਆਏ ਤੇ ਉਹਨਾਂ ਨੇ 123 ਸਵਈਏ ਗੁਰੂ ਸਾਹਿਬਾਨਾਂ ਦੀ ਪਾਵਨ ਉਸਤਤ ਦੇ ਵਿੱਚ ਬਖਸ਼ਿਸ਼ ਕੀਤੇ। ਇੱਕ ਪੋਥੀ ਉਹ ਹੈ। 7 ਪੋਥੀਆਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਨੇ। ਹੁਣ ਜਿਹੜਾ ਸਮਾਂ ਸੀ ਉਸ ਵੇਲੇ ਦਾ ਸਮਾਂ ਬੜਾ ਭਿਆਨਕ ਸੀ। ਬਾਬਾ ਪ੍ਰਿਥੀ ਚੰਦ ਆਪਣੇ ਪੁੱਤਰ ਮਿਹਰਬਾਨ ਨੂੰ ਕਹਿੰਦਾ, ਬਜ਼ੁਰਗ ਅਵਸਥਾ ਦੇ ਵਿੱਚ ਹੋ ਗਿਆ ਤੇ ਆਪਣੀ ਗੱਦੀ ਦਾ ਮਾਲਕ ਜਿਹੜਾ ਆਪਣੇ ਪੁੱਤਰ ਮਿਹਰਬਾਨ ਨੂੰ ਬਣਾ ਦਿੱਤਾ ਤੇ ਆਪਣੇ ਪੁੱਤਰ ਨੂੰ ਇੱਕ ਗੱਲ ਕਹਿੰਦਾ ਪੁੱਤਰੇ, ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਰਾਬਰੀ ਨਹੀਂ ਕਰ ਸਕਿਆ। ਮੈਂ ਬੜੇ ਯਤਨ ਕੀਤੇ, ਮੈਂ ਹਰ ਕੰਮ 'ਚ ਉਹਨਾਂ ਦੇ ਨਾਲੋਂ ਅੱਗੇ ਸੀ। ਜੇ ਉਹਨਾਂ ਦੇ ਕੋਲ ਅੰਮ੍ਰਿਤਸਰ ਦਰਬਾਰ ਸਾਹਿਬ ਹੈ ਤੇ ਉਹਨੇ ਵੀ ਆਪਣੇ ਸਹੁਰੇ ਪਿੰਡ ਦੇ ਵਿੱਚ, ਆਪ ਜੀ ਨੂੰ ਪਤਾ ਹੈ, ਉਹਨਾਂ ਨੇ ਵੀ ਆਪਣੇ ਸਹੁਰੇ ਪਿੰਡ ਦੇ ਵਿੱਚ ਦਰਬਾਰ ਸਾਹਿਬ ਬਣਾ ਦਿੱਤਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਰਾਗੀ ਨੇ ਤੇ ਉਹ ਵੀ ਇਹ ਰਾਗੀ ਪੁੱਟ ਕੇ ਤੇ ਆਪਣੇ ਕੋਲ ਲੈ ਗਿਆ। ਮੈਂ ਇਸ ਗੱਲ ਤੋਂ ਅੱਗੇ ਸੀ, ਮੇਰੇ ਕੋਲ ਮਸੰਦ ਜ਼ਿਆਦੇ ਨੇ। ਮੈਂ ਇਸ ਗੱਲ ਤੋਂ ਅੱਗੇ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਸਮਾਂ ਆ ਗਿਆ
कि गुरु ਦੀਆਂ ਪਿਆਰੀਆਂ ਸੰਗਤਾਂ ਛੋਲੇ ਖਾ ਕੇ ਵੀ ਗੁਜ਼ਾਰਾ ਕਰਦੀਆਂ। ਆ ਸਮਾਂ ਆ ਗਿਆ, ਪਰ ਪੁੱਤਰੇ ਮੇਰੇ ਜੀਵਨ ਦੇ ਵਿੱਚ ਆ ਸਮਾਂ ਬਿਲਕੁਲ ਨਹੀਂ ਆਇਆ। ਮੇਰੇ ਘਰ ਦੇ ਵਿੱਚ ਇਸੇ ਤਰ੍ਹਾਂ ਲੰਗਰ ਚੱਲਦਾ ਰਿਹਾ, ਪਰ ਮੇਰੀ ਇੱਕ ਮੰਦਭਾਗੀ ਰਹੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਬਖਸ਼ੀ ਕੀਤੀ, ਮੈਂ ਬਾਣੀ ਬਖਸ਼ਿਸ਼ ਨਹੀਂ ਕਰ ਸਕਿਆ। ਹੁਣ ਤੂੰ ਏਦਾਂ ਕਰੀ, ਤੂੰ ਬਾਣੀ ਬਖਸ਼ਿਸ਼ ਕਰੀ, ਤੂੰ ਬਾਣੀ ਲਿਖੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਗੁਰੂ ਬਣ ਸਕਦਾ। ਹੁਣ ਮਿਹਰਬਾਨ ਜਿਹੜਾ ਉਹ ਆਪਣੇ ਕੋਲੋਂ ਆਪਣੀ ਸੁਰਤ ਦੇ ਮੁਤਾਬਕ ਉਹਨੇ ਕਵਿਤਾ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਬਾਣੀ ਨਹੀਂ ਆਪਾਂ ਕਹਿ ਸਕਦੇ, ਕਵਿਤਾ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਆਪਣੇ ਪਿਤਾ ਪ੍ਰਿਥੀ ਚੰਦ ਨੂੰ ਮਹੱਲਾ 6ਵਾਂ ਲਿਖ ਦਿੱਤਾ, ਆਪਣੇ ਆਪ ਨੂੰ ਮਿਹਰਬਾਨ ਨੇ ਮਹੱਲਾ 7ਵਾਂ ਲਿਖ ਦਿੱਤਾ, ਆਪਣੇ ਅੱਗੋਂ ਪੁੱਤਰ ਹਰਜੀ ਦੇ ਵਾਸਤੇ ਮਹੱਲਾ 8ਵਾਂ ਲਿਖ ਦਿੱਤਾ। ਆਹ ਕਾਰਨ ਸੀ ਬਾਣੀ ਪੜ੍ਹਨ ਵਾਲਿਆਂ ਨੂੰ ਇਸ ਗੱਲ ਦਾ ਪਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮਹੱਲਾ 6ਵਾਂ, ਮਹੱਲਾ 7ਵਾਂ, ਮਹੱਲਾ 8ਵਾਂ ਹੈ ਹੀ ਨਹੀਂ। ਆਹ ਕਾਰਨ ਸੀ ਕਿਉਂਕਿ ਜੇ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ ਵੀ ਬਾਣੀ ਬਖਸ਼ੀ ਕਰਦੇ ਤੇ ਬਹੁਤ ਵੱਡਾ ਰਲਾ ਹੋ ਜਾਣਾ ਸੀ, ਮਿਲਾਵਟ ਹੋ ਜਾਣੀ ਸੀ ਬਹੁਤ ਵੱਡੀ। ਗੁਰੂ ਸਾਹਿਬਾਨ ਨੇ ਕਿਰਪਾ ਕੀਤੀ, ਤਿੰਨ ਗੁਰੂ ਸਾਹਿਬਾਨਾਂ ਨੇ ਪਾਵਨ ਬਾਣੀ ਨਹੀਂ ਬਖਸ਼ੀ ਕੀਤੀ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਗੁਰੂ ਕੇ ਪਿਆਰੇ ਸਿੱਖ ਆ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਫਰਿਆਦਾਂ ਕਰਦੇ ਨੇ ਕਿ ਗੁਰੂ ਸਾਹਿਬ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਰਾਤਾ ਸ਼੍ਰੀ ਪ੍ਰਿਥੀ ਚੰਦ, ਉਹਦਾ ਪੁੱਤਰ ਮਿਹਰਬਾਨ ਕਿਹੜਾ ਕਾਰਜ ਕਰਨਾ ਚਾਹੁੰਦਾ ਹੈ, ਕੀ ਕਰ ਰਿਹਾ ਉਹ। ਇਤਿਹਾਸਕਾਰਾਂ ਨੇ ਲਿਖਿਆ, ਕਹਿੰਦੇ ਇੱਕ ਸਿੱਖ ਬੋਲਿਓ ਹੱਥ ਦੋ, ਇੱਕ ਸਿੱਖ ਬੋਲਿਓ ਦੋਏ ਜੋੜ ਕਰ, ਸਤਿਗੁਰ ਜੀ ਸੁਣ ਲੀਜੈ। ਦੋਨੇ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਮੇਰੀ ਬੇਨਤੀ ਨੂੰ ਸੁਣਿਓ। ਪ੍ਰਿਥਿਆ ਆਦਿ ਅਪਰ ਅਪਾਰ ਸੇ ਕਰਮ ਕਰੀ ਜੇ ਤੁਹਾਡਾ ਭਰਾਤਾ ਸ਼੍ਰੀ ਪ੍ਰਿਥੀ ਚੰਦ ਹੋਰ ਉਹਦੇ ਨਾਲ ਕਈ ਕਿਹੜੇ ਕਰਮ ਕਰ ਰਹੇ ਨੇ। ਆਪ ਬਣਾਵੇਂ ਸ਼ਬਦ ਬਹੁ ਨਿਜ ਮਤ ਅਨੁਸਾਰੀ, ਬੜੇ ਸ਼ਬਦ ਲਿਖ ਰਹੇ ਨੇ ਆਪਣੇ ਕੋਲੋਂ, ਪਰ ਆਪਣੀ ਮਤ ਦੇ ਨਾਲ ਲਿਖ ਰਹੇ ਨੇ। ਤੇ ਜਿਹੜੇ ਗੁਰੂ ਸਾਹਿਬ ਦੀ ਬਾਣੀ ਉਹ ਕੀ ਹੈ, ਧੁਰ ਕੀ ਬਾਣੀ ਆਈ ਜੈਸੀ ਮੈਂ ਆਵੇ ਖਸਮ ਦੀ ਬਾਣੀ ਤੈਸਾ ਦਾ ਕਰੀ ਗਿਆਨ ਮੇ ਲਾ ਲੋ, ਪਰ ਉਹ ਆਪਣੀ ਮਤ ਦੇ ਦੁਆਰਾ ਬਾਣੀ ਲਿਖ ਰਹੇ ਨੇ। ਜੋ ਉਹਨਾਂ ਦੀ ਮਤ ਵਿੱਚ ਆਉਂਦਾ ਹੈ ਉਹ ਲਿਖੀ ਜਾ ਰਹੇ ਨੇ, ਲਿਖੀ ਜਾ ਰਹੇ ਨੇ, ਆਪਣੇ ਕੋਲੋਂ ਹੀ ਬਣਾ ਕੇ ਲਿਖੀ ਜਾ ਰਹੇ ਨੇ। ਕਹਿੰਦੇ ਕਮਾਲ ਦੀ ਗੱਲ ਇਹ ਹੈ, ਜਿਹੜੀ ਗੱਲ ਦਾ ਖਤਰਾ ਪਿਆ ਹੋਇਆ ਉਹ ਸਤਿਗੁਰੂ ਜੀ ਮੇਰੇ ਮਨ ਦੇ ਵਿੱਚ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿੱਦਾਂ ਤੁਸੀਂ ਬਾਣੀ ਬਖਸ਼ੀ ਕਰਦੇ ਹੋ, ਸ਼ਬਦ ਦੀ ਸਮਾਪਤੀ ਹੁੰਦੀ ਹੈ ਤੇ ਭੋਗ ਪਾਉਂਦੇ ਹੋ, ਉੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ। ਆਪ ਬਣਾਏ ਸ਼ਬਦ ਉਹ ਨਿਜ ਮਤ ਅਨੁਸਾਰੀ, ਆਪਣੀ ਮਤ ਦੇ ਅਨੁਸਾਰ ਉਹ ਸ਼ਬਦ ਬਣਾਉਂਦੇ ਨੇ। ਤੇ ਫਿਰ ਜਦੋਂ ਸ਼ਬਦ ਦੀ ਸਮਾਪਤੀ ਹੁੰਦੀ ਹੈ ਨਾ, ਉੱਥੇ ਨਾਮ ਗੁਰੂ ਨਾਨਕ ਸਾਹਿਬ ਦਾ ਦੇ ਦਿੰਦੇ। ਸ਼੍ਰੀ ਨਾਨਕ ਨਾਮ ਸ਼ੁਭ ਨਿਜ ਵਰਤੈ ਮੰਝਾਰੀ, ਉਹ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਰਹੇ ਨੇ ਵਿੱਚ। ਤਿੰਨ ਸਿੱਖਾਂ ਦਾ ਜ਼ਿਕਰ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਨੇ। ਸਤਿਗੁਰੂ ਜੀ ਉਹ ਆਪਣੇ ਕੋਲੋਂ ਇੱਕ ਵੱਖਰੀ ਤਰ੍ਹਾਂ ਦੀ ਬਾਣੀ ਲਿਖ ਕੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਕੇ ਮਿਹਰਬਾਨ ਲਿਖਦਾ, ਆਪਣਾ ਨਾਮ ਨਹੀਂ ਲਿਖਦਾ, ਉਹ ਨਾਮ ਗੁਰੂ ਨਾਨਕ ਸਾਹਿਬ ਦਾ ਹੀ ਲਿਖਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਰਾ ਕੁਝ ਵਿਚਾਰਿਆ, ਸਾਰਾ ਕੁਝ ਵਿਚਾਰ ਕੇ ਇੱਕ ਦਿਵਸ ਪ੍ਰਭ ਪ੍ਰਭਾਤੇ ਕਾਲ, ਇੱਕ ਦਿਨ ਚੜਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤ ਵੇਲੇ ਉਸ ਅਕਾਲ ਪੁਰਖ ਰੱਬ ਜੀ ਦੀ ਉਸਤਤ ਦੇ ਵਿੱਚ ਜੁੜੇ ਹੋਏ ਨੇ। ਇੱਕ ਦਿਵਸ ਪ੍ਰਭ ਪ੍ਰਭਾਤੇ ਕਾਲ, ਜਦੋਂ ਅਕਾਲ ਪੁਰਖ ਦੇ ਨਾਲ ਸੁਰਤ ਜੋੜੀ ਤੇ ਕੀ ਹੋਇਆ, ਮਨ ਦੇ ਵਿੱਚ ਇੱਕ ਸੰਕਲਪ ਜਿਹੜਾ ਸੀ ਉਹ ਬਹੁਤ ਵੱਡਾ ਉੱਠਿਆ ਕਿ ਇਸ ਸੰਸਾਰ ਨੂੰ
एक धर्म ग्रंथ की जरूरत है। क्यों ना होवे कि सारी की सारी बाणी जिहड़ी है एक धर्म ग्रंथ के विच इकत्र कर दी जाए। धन गुरु अर्जन साहब महाराज जी ने कृपा की, भाई गुरदास को आज्ञा करी। गुरु अर्जन साहब महाराज जी ने भाई गुरदास जी को हुक्म किया, भाई गुरदास को आज्ञा करी। कह लगे करना की है, आने वाले समय दे विच जिन्नी साडे कोल पावन बाणी इकत्र हुई है ना, ते भगतन की बाणी सब मेलो, साची राखो झूठी पेलो। जिहड़ी सच्ची बाणी है ना उहनूं आपां रख के वखरा ग्रंथ तैयार कर देना है, ते जिहड़ियां बाहर दीयां गल्लां क्योंकि आए छज्जू काले भी इनू वर्गे भी उन्हां दी बाणी मैं उस पासे नहीं जाना। सतगुरु जी कहंदे ओह नहीं गल, जिहड़ी रब दी विचार नहीं ओह बाणी नूं इस ग्रंथ दे विच नहीं लिखिया जाना चाहिए। धन गुरु अर्जन साहब महाराज जी की कृपा हुई, बहुत बड़ा कार्य सी। एक होर बेनती करा, जिन्ने को धन गुरु ग्रंथ साहब महाराज जी की पावन बाणी के शब्द ने ना, गुरु नानक साहब महाराज जी कल्ले भी विचार सकते सी, इन्ने शब्द बख्शिश कर सकते सी, पर कारण पता की सी, जो बाणी दे विच कहा वो सतगुरां ने अपने जीवन दे विच वर्त के दुनिया में दिखाना सी। क्योंकि अज तक दुनिया के अंदर कोई धर्म ग्रंथ ऐसा नहीं, धर्म ग्रंथ तो बहुत ने, कोई ऐसा ग्रंथ नहीं जेड़ा किसी रहबर ने आप लिख के जो लिखिया वो दुनिया के अंदर करके दिखाया होए, ऐसा एक भी धर्म ग्रंथ नहीं। गुरु नानक साहब महाराज जी ने कृपा की, जो इस धर्म ग्रंथ के विच बाणी विच होना है उहदे वास्ते मैनूं 10 जामे धारने पैणे, उहदे वास्ते मैनूं 10 जामे चाहिए ने। ते गुरु साहिबां ने ऐन लड़ी चला दी बिल्कुल। गुरु नानक साहब महाराज जी तो लैके सिखा ने बाणी पढ़ के बाणी नूं विचार के अपने जीवन बनाए। ध्यान दिओ जिहड़ी बेनती कर लगे, बाणी पढ़ के अपने जीवन बनाए। 10वें जामे दे विच धन गुरु गोबिंद सिंह महाराज जी ने कृपा की, अमृत तैयार करके सिखा नूं अमृत छका दिता। जिहड़ी बेनती कर लगे ध्यान नाल सुनियो, अमृत छकण वास्ते, अमृत की प्राप्ति करने वास्ते गुरु नानक साहब महाराज जी तो लैके गुरु गोबिंद सिंह साहब महाराज जी के तक बाणी की विचार, बाणी नूं पढ़िया गया, बाणी नूं समझिया गया। अमृत बाणी सी, उस बाणी दे विचों अमृत प्राप्त करना है, ते वो अमृत प्राप्त करने वास्ते मैनूं किस तरह का बनना पैना। इन्ना समा लग्या सिख नूं तैयार करने वास्ते भी इन्हें अमृत धारी हो के दुनिया नूं एक नवा राह, दुनिया नूं एक नवी सेध देनी। मैं अपने विषय पर लाना है, 1 मिनट की गल आप जी नाल सांझी करके माफ करियो। अमृत छकना बहुत वधिया गल है। जिदा गुरु साहिबां ने पावन बाणी में कहा ना, पिछले समय आप एक शब्द विचार रहा सी, तू तीर्थां ते नहा, मैं तेन तीर्थां दे नहाण तो मना करता, पर तीर्थ किहड़े ते नहाना मैं तेन ये दसना। तू वर्त रख, मैं तेन वर्त रखण तो मना नहीं करता, पर वर्त किहड़ा रखना है? सच वर्त, सच दा वर्त रख। वर्त नूं नाम सच दा दे दिता। अमृत धारी हर एक सिंह ने बनना, पर बनना कदों जदों अमृत की समझ आ जाए। जे नहीं समझ आई आ तुसीं देखियो अमृत छक के 4 दिन बाद भंग कहना नहीं चाहिए। वैसे जिहड़ा 5 प्यारिਆਂ ने वादा किया सी ना, 4 दिन निकलते नाल टुट जाता। क्यों? क्योंकि सानूं अमृत का पता ही नहीं अमृत है की। कितों समझ लगनी सी? गुरु साहब की पावन बाणी विचों। सिखा पहला बाणी पढ़, बाणी का धारनी हो, बाणी नूं जीवन अंदर वसा। अमृत तू छकिया छकिया जदों सानूं समझ लगी गुरु की, कोई रहेगा दुनिया अंदर जिहड़ा अमृत नहीं छकेगा। क्यों नहीं छकदे? क्योंकि सानूं बाणी की समझ ही नहीं। साडे कोल अमृत की पालना क्यों नहीं होती? क्योंकि साडे कोल बाणी नहीं है, साडे कोल गुरु की विचार नहीं। अमृत ही छक लिया, नितनेम का सानूं पता नहीं होंदा भी है की है। गुरु साहिबां
ने यह बख्शिश की साडे समा आया 1601 का धन गुरु अर्जन साहब महाराज जी ने सारा कुछ तैयार करके हुण धन गुरु ग्रंथ साहब महाराज जी की संपादना होनी है। गुरु अर्जन साहब महाराज जी ने अस्थान चुनिया। अस्थान इस तरह का चाहिए सी जिथे ना गर्मी दे विच गर्मी लगे ते सर्दी भी हो के सर्दी ना लगे। किनारा चुनिया रामसर सरोवर का किनारा। अनोखे शहीद बाबा दीप सिंह जी के अस्थान के नाल दीवार है जिन्होंने दर्शन किए हो। वो स्थान चुनिया। उत्थे उस वेले कहा जाता है कि दरखत रुख बहुत ज्यादा सन, पानी का किनारा सी ते धन गुरु अर्जन साहब महाराज जी ने वो स्थान चुनिया। 1601 तो लैके 1604 दे तक इन्ना समा लग्या धन गुरु ग्रंथ साहब महाराज जी दे विच सारी बाणी दर्ज करन दा। गुरु अर्जन साहब महाराज जी अपनी रसना तो उचारण करते हैं, भाई गुरदास जी लिखते हैं। एक बड़ा सुंदर पीढ़ा तैयार किया गया जिहदे उत्ते पोथियां साहब जिहड़ियां सन टकाईयां गईयां। एक टेबल की न्याय कह लीए पीढ़ा तैयार किया गया जिहदे उत्ते रख के बाणी लिखी जाती। पुरातन ग्रंथां दे विच धन गुरु ग्रंथ साहब महाराज जी की सारी पावन बाणी तो बाद दे विच स्याही बनाने की विधि लिखी होती सी। उस वेले कागज जिहड़ा सी बहुत औखा प्राप्त होंदा सी। अज तो साडे कोल समय बड़ा प्यारा, जिथे मर्जी बह के बाणी पढ़ सकते। सिखां ने बाणी पढ़नी होंदी सी ना ते गुरु नानक साहब महाराज जी बाणी उचारदे पत्तियां ते बाणी लिख लिया करते सी। गुरु अर्जन साहब महाराज जी के समय भी चीन दे विच बनदा कागज ते जां श्रीनगर की धरती ते बनदा। जिहड़ा श्रीनगर की धरती वाला कागज सी वो कुछ कागज बहुत वधिया कहा जाता। ते गुरु साहिबां ने उत्थों सारे दे सारे जिहड़े पत्रे सन वो मंगवाए ते बाणी लिखनी शुरू की। बाणी का जो आप जी वेरवा देखते हो इस तरीके दे नाल बाणी लिखी है कि कोई मत भेद रहे ही ना। जिन्होंने दुनिया ने शूद्रां का करार दिता सी, सतगुरां ने अपने बराबर का दर्जा दे के अपने नाल बिठा लिया बाणी के अंदर। गुरु ग्रंथ साहब महाराज जी ने सारे मत भेद खत्म करके सतगुरां ने कृपा की। जिस दिन सारी की सारी पावन बाणी जिहड़ी सी वो संपूर्ण तौर पर लिखी गई। 15 दिन लगे गुरु ग्रंथ साहब महाराज जी का तत्करा तैयार करने वास्ते। तत्करा तैयार करने वास्ते आप जी बैठे होंगे सिख जिन्होंने तत्करे के दर्शन किए हो। पूछा मैं किसी ने किए? गुरु ग्रंथ साहब महाराज जी ने तत्करा जिहड़ा लिखिया होया किसी ने दर्शन मेरे हिसाब नाल मुश्किल किए होंगे। 2 तरह का तत्करा है जिहड़ा गुरु साहिबां ने बख्शिश किया। पहला तो 31 रागां का अज के गुरु ग्रंथ साहब महाराज जी दे विच उदों 30 राग ने क्योंकि गुरु तेग बहादुर महाराज जी की पावन बाणी जिहड़ी है वो बाद में आई है। पहला 30 रागां का तत्करा किहड़े अंग तो लैके किहड़े अंग तक राग दे विच बाणी है, किहड़ा राग चल रहा है। अगला तत्करा जिहड़ा वो राग दे एक शब्द की पहली पंक्ति सतगुरां ने बख्शिश करके ਉਹਦੇ ਅੱਗੇ अंग लिखिया आ शब्द किहड़े अंग ते है। ऐ लड़ीवार जिन्ने शब्द गुरु ग्रंथ साहब महाराज जी दे विच ने दूजे नंबर वाला जिहड़ा तत्करा है ਉਹਦੇ उत्ते एक शब्द के अगे पहला राग लेके ਉਹਦਾ एक शब्द लेके ਉਹਦੇ नाल अंग लिखिया होया। 15 दिन लगे तत्करा तैयार करने वास्ते। समा आया, मेरा भी समा चुकिया। समा आया गुरु ग्रंथ साहब महाराज जी की पावन बीड़ तैयार की गई। जिल्द तैयार हुई, सारा कुछ तैयार करके सारिया तैयारियां कीतियां गईयां। रामसर सरोवर तो धन गुरु ग्रंथ साहब महाराज जी का पावन स्वरूप लिया के हरमंदर साहब दरबार साहब विखे प्रकाश किया जाए। हुण सारी संगत दे विचों उस वेले चुने गए सत्कारयोग ब्रह्म ज्ञानी बाबा बुढ़ा जी, इतिहास के मुताबिक उस वेले 98 साल की उम्र है। 98 साल की, क्योंकि 1506 के बाबा बुढ़ा जी का जन्म होंदा है
ਤੇ 1604 ਦੇ ਵਿੱਚ ਪ੍ਰਕਾਸ਼ ਹੋਣ ਲੱਗਿਆ। ਜੇ 6 ਵਿੱਚ ਹੁੰਦਾ ਤੇ ਬਾਬਾ ਬੁੱਢਾ ਜੀ ਨੇ 100 ਸਾਲ ਦੇ ਹੋਣਾ ਸੀ। 98 ਸਾਲ ਦੀ ਉਮਰ ਹੈ। ਗੁਰੂ ਸਾਹਿਬਾਂ ਨੇ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਸਤਿਗੁਰਾਂ ਦਾ ਪਾਵਨ ਸਰੂਪ ਜਿਹੜਾ ਸੀ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਟਿਕਾਇਆ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਚੌਲ ਕਰਨ ਲੱਗ ਪਏ। ਬਾਬਾ ਬੁੱਢਾ ਜੀ ਸਿਰ ਦੇ ਉੱਤੇ ਪਾਵਨ ਸਰੂਪ ਟਿਕਾ ਕੇ ਖੜੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਲੱਗੇ, ਬਾਬਾ ਬੁੱਢਾ ਜੀ ਚਲੋ, ਕਿਉਂਕਿ ਸਮਾਂ ਸੀ ਅੱਗੇ ਅੱਗੇ ਗੁਰੂ ਚੱਲਦਾ ਸੀ ਤੇ ਪਿੱਛੇ ਪਿੱਛੇ ਸੰਗਤਾਂ ਚੱਲਦੀਆਂ ਸੀ। ਬਾਬਾ ਬੁੱਢਾ ਜੀ ਚਲੋ। ਬਾਬਾ ਬੁੱਢਾ ਜੀ ਕਹਿੰਦੇ ਨਹੀਂ ਸਤਿਗੁਰੂ ਜੀ, ਅੱਗੇ ਗੁਰੂ ਚੱਲੇਗਾ, ਮੈਂ ਤੇ ਪਿੱਛੇ ਹੀ ਚੱਲਾਂਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜੇ ਇਹ ਗੱਲ ਹੈ ਨਾ, ਜੇ ਗੁਰੂ ਅੱਗੇ ਚੱਲੇਗਾ, ਅੱਜ ਜੋ ਤੂੰ ਆਪਣੇ ਸੀਸ ਦੇ ਉੱਤੇ ਬਾਣੀ ਟਿਕਾਈ ਏ, ਇਹ ਮੇਰਾ ਵੀ ਗੁਰੂ ਏ, ਇਹ ਮੇਰਾ ਵੀ ਗੁਰੂ ਏ। ਇਸ ਕਰਕੇ ਬਾਬਾ ਬੁੱਢਾ ਜੀ ਤੁਸੀਂ ਅੱਗੇ ਅੱਗੇ ਚੱਲੋ, ਮੈਂ ਪਿੱਛੇ ਚੌਲ ਕਰਦਾ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਚੌਲ ਸਾਹਿਬ ਕਰਦੇ ਆਏ। ਅੰਮ੍ਰਿਤਸਰ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਸਥਾਨ ਤੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵੀ ਬਾਬਾ ਬੁੱਢਾ ਜੀ ਦੇ ਕੋਲੋਂ ਕਰਾਏ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਇੱਕ ਅੱਖਰ ਨਹੀਂ ਕਿਹਾ ਸੀ ਬਾਣੀ ਦਾ, ਉਹਨਾਂ ਕੋਲ ਵੀ ਕਰਾ ਸਕਦੇ ਸੀ ਸਤਿਗੁਰੂ, ਪਰ ਵਿਧੀ ਸੀ ਸਿੱਖਾ ਤੂੰ ਬਾਣੀ ਲਿਖਣ ਲੱਗਿਆ, ਬਾਣੀ ਪੜ੍ਹਨ ਲੱਗਿਆ, ਤੇਰਾ ਨਜ਼ਰੀਆ, ਤੇਰਾ ਜੀਵਨ ਭਾਈ ਗੁਰਦਾਸ ਵਰਗਾ ਹੋਵੇ। ਜਦੋਂ ਬਾਣੀ ਨੂੰ ਪ੍ਰਕਾਸ਼ ਕਰਕੇ ਤੂੰ ਪੜ੍ਹੇ, ਤੇਰੀ ਅਵਸਥਾ ਬਾਬੇ ਬੁੱਢੇ ਜੀ ਵਰਗੀ ਹੋ, ਇਸ ਤਰ੍ਹਾਂ ਦਾ ਤੇਰਾ ਜੀਵਨ ਹੋਵੇ। ਪ੍ਰਕਾਸ਼ ਕੀਤਾ ਗਿਆ। ਸੂਹੀ ਰਾਗ ਦੇ ਵਿੱਚ ਪਹਿਲਾ ਹੁਕਮਨਾਮਾ ਜਿਹੜਾ ਆਇਆ, ਸੰਤਾਂ ਕੀ ਕਾਰਜ ਆਪ ਕਰੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੂਹੀ ਰਾਗ ਜਿਹੜਾ ਹੈ ਉਹ ਮਿਲਾਪ ਦਾ ਰਾਗ ਹੈ। ਰਾਗੀ ਸਿੰਘਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਵੇਗਾ। ਇਸੇ ਰਾਗ ਦੇ ਵਿੱਚ ਹੀ ਸਤਿਗੁਰਾਂ ਨੇ 4 ਲਾਵਾਂ ਜਿਹੜੀਆਂ ਨੇ ਉਹ ਬਖਸ਼ਿਸ਼ ਕੀਤੀਆਂ ਨੇ। ਤੇ ਇਸ ਤਰੀਕੇ ਦੇ ਨਾਲ ਜਿਸ ਵੇਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਨੇ ਦੀਦਾਰੇ ਕੀਤੇ, ਪਾਵਨ ਬਾਣੀ ਦੇ ਕੀਰਤਨ ਹੁੰਦੇ ਰਹੇ। ਸ਼ਾਮ ਦਾ ਸਮਾਂ ਆਇਆ, ਜਿੱਦਾਂ ਆਪਾਂ ਹੁਣ ਸੁਖਾਸਨ ਕਰਦੇ ਹਾਂ, ਸ਼ਾਮ ਦੇ ਸਮੇਂ ਸੁਖਾਸਨ ਹੋਇਆ। ਕੋਠਾ ਸਾਹਿਬ ਬਣਾਇਆ ਗਿਆ ਜਿੱਥੇ ਸਤਿਗੁਰਾਂ ਦੇ ਪਾਵਨ ਸਰੂਪ ਟਿਕਾਏ। ਜਿਹੜੀ ਉਸ ਵੇਲੇ ਸਰੋਵਰ ਦੇ ਵਿੱਚੋਂ ਮਿੱਟੀ ਪੁੱਟੀ ਗਈ ਸੀ, ਉਹ ਸਾਰੀ ਮਿੱਟੀ ਜਿੱਥੇ ਇਕੱਠੀ ਕੀਤੀ ਸੀ ਉੱਥੇ ਕੋਠਾ ਬਣਾਇਆ ਗਿਆ। ਉੱਥੇ ਇੱਕ ਬੜਾ ਸੁੰਦਰ ਪੀੜਾ ਤਿਆਰ ਕਰਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਉੱਥੇ ਟਿਕਾਏ ਗਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਾਡਾ ਸਥਾਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਹੋਵੇਗਾ। ਸਿੱਖਾਂ ਨੇ ਆਸਣ ਲਗਾ ਦਿੱਤਾ, ਪਹਿਲਾਂ ਵਾਂਗੂ ਪਲੰਗ ਲਗਾ ਦਿੱਤੇ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹਿਲਾਂ ਆਪ ਬਾਣੀ ਦਾ ਸਤਿਕਾਰ ਕਰਕੇ ਦਿਖਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਪਰ ਪੀੜੇ ਸਾਹਿਬ ਉੱਤੇ ਜਿੱਦਾਂ ਆਪਾਂ ਬਿਰਾਜਮਾਨ ਕਰਦੇ ਹਾਂ, ਏਦਾਂ ਬਿਰਾਜਮਾਨ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪ ਧਰਤੀ ਦੇ ਉੱਤੇ ਕੱਪੜਾ ਵਿਛਾ ਕੇ ਆਪਣਾ ਆਸਣ ਲਗਾ ਕੇ ਸਤਿਗੁਰਾਂ ਨੇ ਉੱਥੇ ਆਰਾਮ ਕੀਤਾ। ਇਹ ਸਤਿਕਾਰ ਸੀ ਬਾਣੀ ਦਾ, ਕਿ ਬਾਣੀ ਦਾ ਸਤਿਕਾਰ ਕਿਵੇਂ ਕੀਤਾ ਜਾਣਾ ਚਾਹੀਦਾ। ਤੇ ਗੁਰੂ ਸਾਹਿਬਾਨ ਨੇ ਆਪ ਸਤਿਕਾਰ ਕਰਕੇ ਸਾਨੂੰ ਸਤਿਕਾਰ ਕਰਨ ਦੀ ਜਾ ਸਿਖਾਈ। ਸਤਿਗੁਰ ਦੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਅਸੀਂ ਆਪ ਬਾਣੀ ਪੜ੍ਹ ਕੇ, ਮੈਂ ਹਰ ਰੋਜ਼ ਇਹ ਬੇਨਤੀ ਕਰਦਾ, ਜਿੰਨੀ ਦੇਰ ਤੱਕ ਆਪਾਂ ਆਪ ਬਾਣੀ ਪੜ੍ਹ ਕੇ ਆਪ ਬਾਣੀ ਨਾ ਵਿਚਾਰਾਂਗੇ, ਉਨੀ ਦੇਰ ਤੱਕ ਸਾਨੂੰ ਸਮਝ ਲੱਗਣੀ ਨਹੀਂ। ਕਿਉਂਕਿ ਸਾਡੇ ਵਰਗੇ ਨੇ ਤੁਹਾਨੂੰ ਸਮਝ ਲੱਗਣੀ ਨਹੀਂ ਦੇਣੀ। ਜੇ ਤੁਹਾਨੂੰ ਸਮਝ ਲੱਗ ਗਈ, ਸਾਡਾ ਕੀ ਹੋਣਾ। ਇਸ ਕਰਕੇ ਹਰ ਰੋਜ਼ ਮੈਂ ਬੇਨਤੀ ਕਰਦਾ, ਆਪ ਬਾਣੀ ਦੇ ਧਾਰਨੀ ਹੋਵੋ। ਭਾਵੇਂ ਇੱਕ ਸ਼ਬਦ, ਭਾਵੇਂ ਇੱਕ ਸ਼ਬਦ ਦੀ ਇੱਕ ਪੰਕਤੀ ਲੈ ਕੇ ਪੜ੍ਹੋ, ਉਹਨੂੰ ਵਿਚਾਰੋ ਸ਼ਬਦ। ਜੇ ਆਪਾਂ ਵਿਚਾਰ ਨਹੀਂ ਕਰਦੇ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਬਾਣੀ ਕਹਿੰਦੀ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਸਭਨਾਂ ਦੇ ਸਿਰ ਤੇ ਮਿਹਰ ਕਰਤ ਰੱਖਿਆ ਸੰਸਾਈ ਹੋਣ ਜੀ। ਪਿਆਰ ਸਹਿਤ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ